ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ ਪਰਮ ਸਤਿਕਾਰਯੋਗ गुरु की साजी और निभाजी गुरु प्यारी सत संगत जीओ। बड़े भाग्य हो जो अमृत वेले तो सतगुरां दी निੱਘੀ गोद दा आनंद मान रहे हो। सतगुरां ने बख्शिश कीती, अमृत वेले दियां दातां बख्शिश कीतियां हन। इस वेले नितनेम की समाप्ति हुई है, सो आओ आपां धन धन साहिब श्री गुरु गोबिंद सिंह जी महाराज उन्हां दे जीवन वृतांत की चल रही लड़ीवार कथा सो उसे लड़ी नूं अगे जोड़न का यतन करिए। सब तो पहला सतगुरां जी वालों बख्शिश कीता फतेह का नारा बुलंद करिए। करिए रसां नूं पवित्र। सारी ही संगत प्रेम सत्कार दे नाल बोलियो जी वाहिगुरू जी का खालसा वाहिगुरू जी की फतेह। सो आप जी ने कल सरवण कीता सी कि केसरी चंद ते ब्रह्मा पुरोहित जो राजा भीमचंद वालों उन्हां नूं सतगुरां पास भेजिया सी कि तुसीं जा करके सतगुरां तो प्रसादी हाथी पंचकला शास्त्र ते जो बहुमूलियां चीज़ां ने वो सतगुरां पासों लैण वास्ते उन्हां नूं भेजिया कि एक बार तुसीं जाके ये चीज़ां ले आओ, बाद दे विच आपां वो वापस नहीं करनी। सो सतगुरु धन साहिब श्री गुरु गोबिंद सिंह जी महाराज अंतरजामी जानी जान उन्हां दे सारे वलशल नूं जानदे सन। तां सतगुरां ने उन्हां नूं ये चीज़ां देण तों इनकार कर दिता। इस तरह आपां हुण अगे उसे ही लड़ी नूं जोड़न दा यतन करिए। जद केसरी चंद ते ब्रह्मा पुरोहित नूं सतगुरां ने इस गल तो इनकार कर दिता कि ये चीज़ां सानूं श्रद्धालु गुरसिख उन्हां वल्लों गुरु घर वास्ते
ਇਹ ਗੁਰੂ ਘਰ ਦੇ ਵਿੱਚ ਭੇਟਾ ਚੜਾਈ ਗਈ ਹੈ ਤੇ ਉਹਨਾਂ ਨੇ ਬੇਨਤੀ ਕੀਤੀ ਸੀ, ਸਤਿਗੁਰੂ ਇਹਨਾਂ ਨੂੰ ਤੁਸੀਂ ਆਪਣੀ ਸੇਵਾ ਦੇ ਵਿੱਚ ਰੱਖਣਾ, ਅੱਗੇ ਕਿਸੇ ਨੂੰ ਨਾ ਦੇਣਾ। ਇਸ ਤਰ੍ਹਾਂ ਉਹਨਾਂ ਨੂੰ ਸਤਿਗੁਰਾਂ ਨੇ ਬੜੇ ਸਹਿਜੇ ਹੀ ਜਵਾਬ ਦਿੱਤਾ ਕਿ ਇਹ ਅਸੀਂ ਅੱਗੇ ਨਹੀਂ ਦੇ ਸਕਦੇ, ਜੇ ਤੁਸੀਂ ਤਾਂ ਚਾਹੋ ਤਾਂ ਦੂਸਰਾ ਹਾਥੀ ਲੈ ਜਾਓ। ਕੇਸਰੀ ਚੰਦ ਤੇ ਪੰਮਾ ਪ੍ਰੋਹਤ ਗੁਰੂ ਜੀ ਪਾਸੋਂ ਇਹ ਉੱਤਰ ਲੈ ਕੇ ਵਾਪਸ ਬਿਲਾਸਪੁਰ ਪਹੁੰਚ ਗਏ, ਜਿੱਥੇ ਰਾਜਾ ਭੀਮ ਚੰਦ ਬੈਠਾ ਹੋਇਆ ਸੀ। ਉਸ ਅੱਗੇ ਜਾ ਕੇ ਕੇਸਰੀ ਚੰਦ ਨੇ ਆਪਣੀ ਪੱਗ ਪਟਕਾ ਕੇ ਸੁੱਟ ਦਿੱਤੀ ਅਤੇ ਰੋਣ ਲੱਗ ਪਿਆ। ਕਿਹਾ, ਤੁਸੀਂ ਉਸ ਪਾਸੋਂ ਹਾਥੀ ਆਦਿਕ ਮੰਗਦੇ ਹੋ ਜਿਹੜਾ ਤੁਹਾਡਾ ਰਾਜ ਖੋਹਣ ਨੂੰ ਫਿਰਦਾ ਹੈ। ਸਾਨੂੰ ਉਹਨਾਂ ਪਾਸ ਭੇਜ ਕੇ ਤੁਸਾਂ ਸਾਡੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ। ਸਾਨੂੰ ਉਹਨਾਂ ਨੇ ਲੱਤਾਂ ਮੁੱਕੀਆਂ ਤੇ ਧੱਕੇ ਮਰਵਾ ਕੇ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੱਤਾ, ਜਿਸ ਨੂੰ ਵੇਖ ਕੇ ਅਨੰਦਪੁਰ ਦੇ ਲੋਕ ਸਾਨੂੰ ਮਖੌਲ ਕਰਦੇ ਸਨ ਤੇ ਆਖ ਰਹੇ ਸਨ ਕਿ ਇਹ ਰਾਜਾ ਭੀਮ ਚੰਦ ਦੇ ਆਦਮੀ ਨੇ, ਜਿਨ੍ਹਾਂ ਨੂੰ ਮਾਰ ਪਈ ਹੈ। ਜਿੰਨਾ ਚਿਰ ਜੰਗ ਕਰਕੇ ਇਹਨਾਂ ਨੂੰ ਆਪਣੇ ਰਾਜ ਵਿੱਚੋਂ ਬਾਹਰ ਨਹੀਂ ਕੱਢੋਗੇ, ਤਦ ਤੱਕ ਤੁਸੀਂ ਨਿਸ਼ਚਿੰਤ ਹੋ ਕੇ ਕਿਸੇ ਪ੍ਰਵਾਸੇ ਉੱਤੇ ਨਹੀਂ ਬੈਠ ਸਕਦੇ। ਭੀਮ ਚੰਦ ਨੇ ਗੁੱਸੇ ਨਾਲ ਪੁੱਛਿਆ ਕਿ ਮੈਨੂੰ ਸਾਰੀ ਗੱਲ ਦੱਸੋ, ਤੁਸੀਂ ਕਿਵੇਂ ਹੋਈ? ਗੁਰੂ ਜੀ ਤੁਹਾਨੂੰ ਮਿਲੇ ਹਨ ਕਿ ਨਹੀਂ ਮਿਲੇ? ਤੁਹਾਡੇ ਨਾਲ ਗੁਰੂ ਜੀ ਨੇ ਕੋਈ ਗੱਲ ਕੀਤੀ ਕਿ ਨਹੀਂ ਕੀਤੀ? ਭੀਮ ਚੰਦ ਨੂੰ ਪੰਮੇ ਪ੍ਰੋਹਤ ਨੇ ਦੱਸਿਆ ਕਿ ਅਸਾਂ ਗੁਰੂ ਜੀ ਪਾਸ ਜਾ ਕੇ ਪਹਿਲਾਂ ਜਦ ਉਹਨਾਂ ਦੀ ਉਸਤਤੀ ਕੀਤੀ ਤਾਂ ਉਹ ਚੁੱਪ ਕਰ ਰਹੇ ਸਨ, ਪਰ ਜਦ ਮੈਂ ਕਿਹਾ ਕਿ ਇਹਨਾਂ ਚੀਜ਼ਾਂ ਦੇ ਨਾਲ 4000 ਰੁਪਇਆ ਤੁਹਾਨੂੰ ਭੇਟਾ ਵੀ ਕਰਾਂਗੇ, ਤਦ ਗੁਰੂ ਜੀ ਨੇ ਬਹੁਤ ਗੁੱਸੇ ਨਾਲ ਆਪਣੇ ਆਦਮੀਆਂ ਨੂੰ ਆਖ ਕੇ ਸਾਨੂੰ ਦੋਹਾਂ ਨੂੰ ਧੱਕੇ ਮਰਵਾ ਕੇ ਦਰਬਾਰ ਵਿੱਚੋਂ ਕੱਢ ਕੇ ਪਿੰਡੋਂ ਵੀ ਕੱਢ ਦਿੱਤਾ। ਸਾਡਾ ਕੋਈ ਵੱਸ ਨਹੀਂ ਚੱਲਿਆ, ਅਸੀਂ ਬੇਇੱਜ਼ਤੀ ਕਰਾ ਕੇ ਤੁਹਾਡੇ ਪਾਸ ਆ ਗਏ ਹਾਂ। ਹੁਣ ਜੇ ਤੁਸੀਂ ਕੋਈ ਬੰਦੋਬਸਤ ਨਹੀਂ ਕਰੋਗੇ ਤਾਂ ਗੁਰੂ ਜੀ ਤੁਹਾਨੂੰ ਬਹੁਤ ਤੰਗ ਕਰਨਗੇ। ਜੇ ਤੁਸੀਂ ਇਹਨਾਂ ਨੂੰ ਆਪਣੇ ਅਧੀਨ ਨਹੀਂ ਰੱਖ ਸਕਦੇ ਤਾਂ ਹੁਣੇ ਹੀ ਆਪਣੇ ਜ਼ੋਰ ਨਾਲ ਉਹਨਾਂ ਨੂੰ ਅਨੰਦਪੁਰ ਤੋਂ ਬਾਹਰ ਕੱਢੋ। ਪੰਮੇ ਪਾਸੋਂ ਇਹ ਗੱਲਾਂ ਸੁਣ ਕੇ ਭੀਮ ਚੰਦ ਨੇ ਬੜੇ ਕ੍ਰੋਧ ਨਾਲ ਗੁਰੂ ਜੀ ਨੂੰ ਚਿੱਠੀ ਲਿਖਵਾਈ ਕਿ ਜੇ ਅਨੰਦਪੁਰ ਵਿੱਚ ਵਸਣਾ ਚਾਹੁੰਦੇ ਹੋ ਤਾਂ ਹਾਥੀ ਭੇਜ ਦਿਓ, ਨਹੀਂ ਤਾਂ ਮੈਂ ਤੁਹਾਡਾ ਨਗਾਰਾ ਖੋਹ ਕੇ ਤੁਹਾਨੂੰ ਪਿੰਡ ਵਿੱਚੋਂ ਬਾਹਰ ਕੱਢ ਦਿਆਂਗਾ। ਜੇ ਲੜਾਈ ਕਰੋਗੇ ਤਾਂ ਸਾਰੇ ਸਿੱਖਾਂ ਨੂੰ ਮਾਰ ਕੇ ਤੁਹਾਨੂੰ ਕੈਦ ਕਰ ਲਵਾਂਗਾ। ਹੁਣ ਤੱਕ ਤਾਂ ਮੈਂ ਗੱਲ ਟਾਲਦਾ ਹੀ ਰਿਹਾ, ਪਰ ਹੁਣ ਤੁਹਾਨੂੰ ਆਪਣੇ ਰਾਜ ਵਿੱਚ ਸ਼ਿਕਾਰ ਨਹੀਂ ਖੇਡਣ ਦਿਆਂਗਾ। ਮੇਰੀ ਸੈਨਾ ਆਈ ਹੀ ਸਮਝੋ, ਮੇਰੇ ਦੇਸ਼ ਵਿੱਚੋਂ ਬਾਹਰ ਨਿਕਲ ਜਾਓ, ਨਹੀਂ ਤਾਂ ਤਲਵਾਰ ਦੇ ਜ਼ੋਰ ਨਾਲ ਹਾਥੀ ਲਵਾਂਗਾ ਅਤੇ ਤੁਹਾਨੂੰ ਅਨੰਦਪੁਰ ਵਿੱਚੋਂ ਬਾਹਰ ਕੱਢਾਂਗਾ। ਗੁਰੂ ਸਾਹਿਬ ਜੀ ਨੂੰ ਇਹ ਚਿੱਠੀ ਲਿਖ ਕੇ ਭੀਮ ਚੰਦ ਨੇ ਦੂਜੇ ਪਹਾੜੀ ਰਾਜਿਆਂ ਰਾਜਾ ਸੁਕੇਤ, ਜਸਵਾਲ, ਕਟੌਚੀਆ ਇਹਨਾਂ ਸਾਰਿਆਂ ਨੂੰ ਚਿੱਠੀਆਂ ਲਿਖੀਆਂ ਕਿ ਆਪੋ ਆਪਣੀਆਂ ਫੌਜਾਂ ਲੈ ਕੇ ਛੇਤੀ ਹੀ ਮੇਰੇ ਪਾਸ ਪਹੁੰਚੋ। ਇਹ ਸਾਡੀ ਤੁਹਾਡੀ ਸਾਰਿਆਂ ਦੀ ਇੱਜ਼ਤ ਦਾ ਸਵਾਲ ਹੈ। ਇਸ ਤਰ੍ਹਾਂ ਸਾਰੇ ਰਾਜਿਆਂ ਨੂੰ ਸੱਦ ਕੇ ਉਹਨਾਂ ਨਾਲ ਸਲਾਹ ਕਰਕੇ ਬਹੁਤ ਸਾਰੀ ਫੌਜ ਇਕੱਠੀ ਕਰ ਲਈ। ਇੱਧਰ ਅਨੰਦਪੁਰ ਵੀ ਭੀਮ ਚੰਦ ਦੀ ਚਿੱਠੀ ਪਹੁੰਚ ਗਈ। ਸਤਿਗੁਰੂ ਜੀ ਨੇ ਜਦ ਚਿੱਠੀ ਪੜ੍ਹਾਈ ਤਾਂ ਆਪ ਜੀ ਨੇ
बहुत क्रोध ਨਾਲ ਰਾਜੇ ਨੂੰ ਲਿਖਵਾਇਆ ਕਿ ਸਾਡਾ ਕੰਮ ਹੀ ਯੁੱਧ ਕਰਨਾ ਹੈ, ਅਸੀਂ ਤੇਰੀ ਉਡੀਕ ਵਿੱਚ ਹੀ ਹਾਂ। ਮੇਰੇ ਮਨ ਦੀ ਇੱਛਾ ਅਸੀਂ ਜੰਗ ਵਿੱਚ, ਤੇਰੇ ਮਨ ਦੀ ਜੋ ਇੱਛਾ ਹੈ ਅਸੀਂ ਜੰਗ ਦੇ ਵਿੱਚ ਪੂਰੀ ਕਰਾਂਗੇ। ਇਉਂ ਉੱਤਰ ਲਿਖਵਾ ਕਰਕੇ ਛੇਤੀ ਹੀ ਰਾਜਾ ਭੀਮ ਚੰਦ ਨੂੰ ਭਿਜਵਾ ਦਿੱਤਾ। ਦੀਵਾਨ ਨੰਦ ਚੰਦ ਤੇ ਹੋਰ ਸਲਾਹਕਾਰਾਂ ਨੂੰ ਸੱਦ ਕੇ ਜੰਗ ਦੀ ਵਿਉਂਤ ਬਣਾ ਕੇ ਆਪ ਜੀ ਨੇ ਫੌਜਾਂ ਭਰਤੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੁਕਮਨਾਮੇ ਸੁਣ ਕੇ ਸੈਂਕੜੇ ਹੀ ਜਵਾਨ ਅਨੰਦਪੁਰ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਸਭ ਦੇ ਹੁਲੀਏ ਤੇ ਜਾਣ ਪਛਾਣ ਲਿਖ ਕੇ ਹਥਿਆਰ, ਗੋਲੀ ਛਿੱਕੇ ਆਦਿ ਸ਼ਸਤਰ ਬਣਨੇ ਜ਼ੋਰਾਂ ਸ਼ੋਰਾਂ ਨਾਲ ਆਰੰਭ ਹੋ ਗਏ। ਸੇਲੇ, ਭਾਲੇ, ਸਾਂਗ, ਤੁਪਕਾਂ, ਤੀਰ ਤੇ ਕਮਾਨਾਂ ਵੀ ਬਹੁਤ ਬਣਨ ਲੱਗ ਪਈਆਂ। ਇਸ ਤਰ੍ਹਾਂ ਸਤਿਗੁਰੂ ਜੀ ਜੰਗੀ ਸਮਾਨ ਦੀ ਤਿਆਰੀ ਵਿੱਚ ਦਿਨ ਰਾਤ ਲੱਗ ਪਏ। ਦੂਜੇ ਪਾਸੇ ਪਹਾੜੀ ਰਾਜਿਆਂ ਨੇ ਮਿਲ ਕੇ ਮਤਾ ਪਕਾਇਆ ਕਿ ਜਿਹੜਾ ਭੀਮ ਚੰਦ ਦੀ ਚਿੱਠੀ ਦਾ ਉੱਤਰ ਸਤਿਗੁਰੂ ਜੀ ਵੱਲੋਂ ਆਇਆ ਸੀ ਉਹ ਵੀ ਸਾਰਿਆਂ ਨੂੰ ਸੁਣਾਇਆ ਗਿਆ। ਕਿਰਪਾਲ ਚੰਦ ਕਟੌਚੀਆ ਉਸ ਨੇ ਸਾਰੀ ਸਭਾ ਵਿੱਚ ਵਿਚਾਰ ਕਰਕੇ ਕਿਹਾ ਕਿ ਗੁਰੂ ਜੀ ਤਾਂ ਲੜਨ ਮਰਨ ਨੂੰ ਤਿਆਰ ਹਨ, ਜਿਨ੍ਹਾਂ ਨੇ ਪਹਿਲਾਂ ਸਾਡੇ ਪੁਰੋਹਿਤ ਅਤੇ ਰਾਜਾ ਕੇਸਰੀ ਚੰਦ ਨੂੰ ਨਿਰਭੈ ਹੋ ਕੇ ਧਮਕਾਇਆ ਹੈ ਅਤੇ ਹੁਣ ਜੋ ਚਿੱਠੀ ਲਿਖ ਕੇ ਉਹ ਸਭ ਨੇ ਪੜ੍ਹ ਕੇ ਸੁਣ ਲਈ, ਇਸ ਤੋਂ ਵੀ ਉਹਨਾਂ ਦੀ ਨਿਰਭੈਤਾ ਦਾ ਪਤਾ ਲੱਗਦਾ ਹੈ। ਗੁਰੂ ਜੀ ਨੇ ਫੌਜ ਵੀ ਬਹੁਤ ਇਕੱਠੀ ਕੀਤੀ ਹੋਈ ਹੈ ਅਤੇ ਆਪ ਵੀ ਉਹ ਬੜੇ ਯੋਧੇ ਹਨ। ਅਸਾਂ ਹੁਣ ਉਹਨਾਂ ਤੇ ਚੜ੍ਹਾਈ ਕਰ ਦਿੱਤੀ ਤਾਂ ਉਹ ਬਹੁਤ ਘਮਸਾਨ ਦਾ ਜੰਗ ਛਿੜੇਗਾ, ਪਰ ਇੱਧਰ ਸਾਡੇ ਘਰ ਲੜਕੇ ਦਾ ਸ਼ਾਦੀ ਦਾ ਕਾਰਜ ਹੈ। ਜੇ ਅਸੀਂ ਲੜਾਈ ਵਿੱਚ ਰੁੱਝ ਗਏ ਤਾਂ ਸ਼ਾਦੀ ਦੀ ਖੁਸ਼ੀ ਵਿੱਚ ਵਿਘਨ ਪੈ ਜਾਵੇਗਾ। ਇਸ ਕਰਕੇ ਇਸ ਵੇਲੇ ਜੰਗ ਛੇੜਨੀ ਠੀਕ ਨਹੀਂ, ਪਰ ਜੇ ਜੰਗ ਛੇੜਨਾ ਹੀ ਹੈ ਤਾਂ ਫਿਰ ਪਿੱਛੇ ਪਾ ਦਿਓ। ਦੋਹਾਂ ਵਿੱਚੋਂ ਇੱਕ ਕੰਮ ਕਰੋ। ਭੀਮ ਚੰਦ ਦਾ ਮੰਤਰੀ ਵੀ ਬੋਲਿਆ। ਉਸਨੇ ਕਿਹਾ ਕਿ ਤੁਸਾਂ ਗੁਰੂ ਜੀ ਨਾਲ ਬੈਰ ਛੇੜ ਲਿਆ ਹੈ। ਲੜਾਈ ਵਿੱਚ ਜਿੱਤ ਹਾਰ ਦਾ ਪਤਾ ਨਹੀਂ ਹੁੰਦਾ ਕਿ ਕਿਸ ਦੀ ਜਿੱਤ ਹੋਵੇ ਕਿਸ ਦੀ ਹਾਰ ਹੋਵੇ। ਵਿਆਹ ਦੇ ਸ਼ੁਭ ਉਤਸਵ ਵਿੱਚ ਕੋਈ ਲੜਾਈ ਝਗੜਾ ਨਾ ਛੇੜੋ। ਜੇ ਭਲਾ ਚਾਹੁੰਦੇ ਹੋ ਤਾਂ ਪਹਿਲਾਂ ਵਿਆਹ ਕਰ ਲਵੋ ਤੇ ਫਿਰ ਜੰਗ ਕਰਨ ਦੀ ਸੋਚਣਾ। ਵਜ਼ੀਰ ਦੀ ਇਹ ਗੱਲ ਸੁਣ ਕੇ ਭੀਮ ਚੰਦ ਨੂੰ ਕੋਈ ਗੱਲ ਨਾ ਆਉਣੀ ਤੇ ਉਹ ਚੁੱਪ ਰਿਹਾ। ਇਸ ਤਰ੍ਹਾਂ ਕੋਈ ਫੈਸਲਾ ਕੀਤੇ ਤੋਂ ਬਿਨਾਂ ਸਾਰੇ ਹੀ ਉੱਠ ਕੇ ਆਪੋ ਆਪਣੇ ਡੇਰਿਆਂ ਤੇ ਚਲੇ ਗਏ। ਜਦ ਭੀਮ ਚੰਦ ਮਹਿਲਾਂ ਵਿੱਚ ਗਿਆ ਤਾਂ ਰਾਣੀ ਨੇ ਆਖਿਆ, ਜੇ ਤੁਸੀਂ ਮੇਰੀ ਗੱਲ ਮੰਨੋ ਤਾਂ ਪਹਿਲਾਂ ਪੁੱਤਰ ਦੀ ਸ਼ਾਦੀ ਦਾ ਕਾਰਜ ਕਰ ਲਵੋ। ਗੁਰੂ ਜੀ ਨਾਲ ਲੜਾਈ ਕਰਨ ਦਾ ਇਹ ਸਮਾਂ ਠੀਕ ਨਹੀਂ। ਭੀਮ ਚੰਦ ਨੇ ਸੋਚਿਆ ਕਿ ਇੱਧਰ ਸਿਆਣੇ ਮੈਨੂੰ ਲੜਾਈ ਕਰਨ ਤੋਂ ਰੋਕਦੇ ਹਨ, ਉਧਰ ਗੁਰੂ ਜੀ ਟਾਕਰਾ ਕਰਨ ਵਾਸਤੇ ਤਿਆਰ ਬਰ ਤਿਆਰ ਹਨ। ਹੁਣ ਕਰਾਂ ਤਾਂ ਕੀ ਕਰਾਂ ਮੈਂ। ਦੂਸਰੇ ਦਿਨ ਫਿਰ ਸਭਾ ਲਗਾ ਕੇ ਰਾਜਾ ਭੀਮ ਚੰਦ ਨੇ ਸਾਰੇ ਪਹਾੜੀ ਰਾਜਿਆਂ ਨੂੰ ਸੱਦ ਕੇ ਆਪਣੀ ਸਾਰੀ ਚਿੰਤਾ ਦੱਸੀ ਕਿ ਲੜਾਈ ਨਾ ਕਰੀਏ ਤਾਂ ਨਮੋਸ਼ੀ ਆਵੇਗੀ, ਜੋ ਕਿਸੇ ਤਰ੍ਹਾਂ ਵੀ ਸਹਾਰਨੀ ਬਹੁਤ ਔਖੀ ਹੈ। ਗੁਰੂ ਸਾਡੇ ਰਾਜ ਵਿੱਚ ਵਸਦਾ, ਮਨ ਭਾਉਂਦੀਆਂ ਗੱਲਾਂ ਕਰਦਾ, ਸ਼ਿਕਾਰ ਖੇਡਦਾ, ਫੌਜ ਇਕੱਠੀ ਕਰ ਰੱਖੀ ਹੈ ਤੇ ਨਾਲ ਹੀ ਉਹਨਾਂ ਨੇ ਇੱਕ ਧੌਸਾ ਰੱਖਿਆ ਜਿਸ ਨੂੰ ਉਹ ਖੜਕਾਉਂਦੇ ਨੇ। ਐਸੀਆਂ ਗੱਲਾਂ ਸੁਣ ਕੇ ਮੇਰੀ ਛਾਤੀ ਸੜਦੀ ਹੈ, ਚਿੰਤਾ ਵੀ ਦਿਨ ਪਰ ਦਿਨ ਵੱਧਦੀ ਜਾਂਦੀ ਹੈ, ਮੈਨੂੰ ਨੀਂਦ ਨਹੀਂ ਆਉਂਦੀ। ਕਿਰਪਾਲ ਚੰਦ ਕਟੌਤੀਆ
ਉਸਨੇ ਕਿਹਾ ਕਿ ਗੁਰੂ ਜੀ ਨਾਲ ਇਸ ਵੇਲੇ ਲੜਾਈ ਕਰਨੀ ਠੀਕ ਨਹੀਂ ਹੈ। ਫਤਿਹ ਸ਼ਾਹ ਦੇ ਘਰ ਵਿਆਹ ਸਮੇਂ ਸਾਰੇ ਰਾਜੇ ਦੇ ਸੰਬੰਧੀ ਇਕੱਠੇ ਹੋਣਗੇ ਤਾਂ ਫਿਰ ਆਪਾਂ ਮਿਲ ਕੇ ਜਿਸ ਤਰ੍ਹਾਂ ਸਲਾਹ ਹੋਵੇਗੀ ਕਰਾਂਗੇ। ਕਿਰਪਾਲ ਚੰਦ ਦੀ ਇਹ ਸਲਾਹ ਨੂੰ ਸਾਰਿਆਂ ਨੇ ਸਲਾਹਿਆ ਤੇ ਕਿਹਾ ਚੰਗੀ ਨੀਤੀ ਹੈ, ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਭੀਮ ਚੰਦ ਨੇ ਸਾਰਿਆਂ ਦੇ ਆਗੇ ਲੱਗ ਕੇ ਗੁਰੂ ਜੀ ਨਾਲ ਜੰਗ ਕਰਨ ਦਾ ਵਿਚਾਰ ਛੱਡ ਦਿੱਤਾ ਤੇ ਵਿਆਹ ਦੀ ਤਿਆਰੀ ਵਿੱਚ ਲੱਗ ਗਿਆ। ਇੱਧਰ ਇਹ ਖਬਰ ਸਾਰੇ ਹੀ ਪਹਾੜੀ ਰਾਜਿਆਂ ਵਿੱਚ ਫੈਲ ਗਈ ਕਿ ਗੁਰੂ ਜੀ ਤੇ ਭੀਮ ਚੰਦ ਦਾ ਆਪਸ ਵਿੱਚ ਵਿਰੋਧ ਵੱਧ ਗਿਆ ਹੈ। ਨਾਹਣ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਵੀ ਜਦ ਸੁਣਿਆ ਕਿ ਗੁਰੂ ਜੀ ਬੜੇ ਸੂਰਮੇ ਹਨ ਤੇ ਸ਼ਾਸਤਰ ਅਭਿਆਸੀ ਹਨ, ਅਨੰਦਪੁਰ ਉਹਨਾਂ ਪਾਸ ਸਿੱਖ ਸੰਗਤਾਂ ਦਰਸ਼ਨ ਪਰਸਨ ਵਾਸਤੇ ਆਣ ਕੇ ਬਹੁਮੁੱਲੀਆਂ ਭੇਟਾਂ ਅਰਪਣ ਕਰਦੀਆਂ ਹਨ। ਉਹਨਾਂ ਨੇ ਇੱਕ ਤਕੜੀ ਸੈਨਾ ਵੀ ਰੱਖੀ ਹੋਈ ਹੈ, ਜੰਗ ਦੇ ਬੜੇ ਯੋਧੇ ਹਨ ਤੇ ਕਰਾਮਾਤ ਵਿੱਚ ਵੀ ਪੂਰਨ ਹਨ। ਇਹ ਗੁਣ ਸੁਣ ਕੇ ਰਾਜਾ ਮੇਦਨੀ ਪ੍ਰਕਾਸ਼ ਮਨ ਵਿੱਚ ਬੜਾ ਖੁਸ਼ ਹੋਇਆ। ਰਾਜੇ ਨੇ ਵਿਚਾਰਿਆ ਕਿ ਜੇ ਸਤਿਗੁਰੂ ਜੀ ਨਾਲ ਮੇਰਾ ਮਿਲਾਪ ਹੋ ਜਾਵੇ ਤਾਂ ਮੇਰੇ ਸਾਰੇ ਕੰਮ ਠੀਕ ਹੋਣਗੇ। ਰਾਜੇ ਨੇ ਆਪਣੇ ਵਜ਼ੀਰਾਂ ਨਾਲ ਸਲਾਹ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਰਾਏ ਜੀ ਆਪਣੇ ਨਗਰ ਅਨੰਦਪੁਰ ਰਾਜਾ ਭੀਮ ਚੰਦ ਦੇ ਰਾਜ ਵਿੱਚ ਰਹਿੰਦੇ ਹਨ, ਪਰ ਦੋਹਾਂ ਦੀ ਆਪਸ ਵਿੱਚ ਅਣਬਣ ਹੈ, ਜਿਸ ਕਰਕੇ ਕਿਸੇ ਵੇਲੇ ਵੀ ਇਹਨਾਂ ਦੀ ਲੜਾਈ ਛਿੜ ਪੈਣ ਦੀ ਸੰਭਾਵਨਾ ਹੈ। ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਪਣੇ ਰਾਜ ਵਿੱਚ ਲੈ ਆਈਏ ਤਾਂ ਬਹੁਤ ਚੰਗਾ ਹੋਵੇਗਾ। ਇਹ ਸਲਾਹ ਕਰਕੇ ਰਾਜਾ ਨਾਹਨ ਨੇ ਆਪਣੇ ਇੱਕ ਵਜ਼ੀਰ ਨੂੰ ਗੁਰੂ ਜੀ ਪਾਸ ਭੇਜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮੇਰੇ ਰਾਜ ਦਾ ਪਹਾੜੀ ਇਲਾਕਾ ਅਤੇ ਜਮਨਾ ਦਾ ਕਿਨਾਰਾ ਬੜਾ ਸੁੰਦਰ ਤੇ ਰਮਣੀਕ ਹੈ। ਜੇ ਤੁਸੀਂ ਕਿਰਪਾ ਕਰੋ ਆਪਣਾ ਨਿਵਾਸ ਇੱਥੇ ਲੈ ਆਵੋ ਤਾਂ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਾਂਗਾ। ਜਦ ਸਤਿਗੁਰੂ ਜੀ ਨੇ ਇਹ ਚਿੱਠੀ ਪੜ੍ਹ ਕੇ ਦੀਵਾਨ ਨੰਦ ਚੰਦ ਅਤੇ ਸ਼ੰਭੂ ਸ਼ਾਹ ਤੇ ਮਾਮਾ ਕਿਰਪਾਲ ਨਾਲ ਸਲਾਹ ਕੀਤੀ ਤਾਂ ਸਭ ਨੇ ਰਾਜੇ ਦੀ ਬੇਨਤੀ ਪ੍ਰਵਾਨ ਕਰ ਲੈਣ ਵਾਸਤੇ ਸਤਿਗੁਰੂ ਜੀ ਨੂੰ ਕਿਹਾ ਤੇ ਮਾਤਾ ਜੀ ਪਾਸੋਂ ਇਸ ਦੀ ਪ੍ਰੋਪਤਾ ਕਰਵਾ ਦਿੱਤੀ। ਮਾਤਾ ਜੀ ਨੇ ਕਿਹਾ, ਸੁਣੋ ਬੇਟਾ, ਮਾਤਾ ਦਾ ਕਹਿਣਾ ਪਹਿਲੇ ਅਵਤਾਰਾਂ ਨੇ ਵੀ ਨਹੀਂ ਟਾਲਿਆ। ਜਿਵੇਂ ਸ਼੍ਰੀ ਭਗਵਾਨ ਰਾਮਚੰਦ ਨੇ ਤੇ ਫਿਰ ਕ੍ਰਿਸ਼ਨ ਭਗਵਾਨ ਨੇ ਵੀ ਆਪਣੀਆਂ ਮਾਤਾਵਾਂ ਦੀ ਆਗਿਆ ਨਹੀਂ ਮੋੜੀ, ਤਿਵੇਂ ਤੁਸੀਂ ਵੀ ਮੇਰਾ ਆਖਾ ਮੰਨ ਕੇ ਉਸ ਨਾਹਨ ਦੇਸ਼ ਨੂੰ ਚੱਲ ਕਰਕੇ ਭਾਗ ਲਾਓ। ਸਤਿਗੁਰੂ ਜੀ ਨੇ ਮਾਤਾ ਜੀ ਦੇ ਵਚਨ ਸੁਣ ਕੇ ਉੱਤਰ ਦਿੱਤਾ, ਮਾਤਾ ਜੀ, ਮੈਂ ਤੁਹਾਡਾ ਆਖਣਾ ਮੋੜਨਾ ਨਹੀਂ ਚਾਹੁੰਦਾ, ਪਰ ਮੈਨੂੰ ਅਕਾਲ ਪੁਰਖ ਨੇ ਇਹ ਯੁੱਧ ਕਰਕੇ ਦੁਸ਼ਮਣਾਂ ਦਾ ਨਾਸ਼ ਕਰਨ ਵਾਸਤੇ ਭੇਜਿਆ ਹੈ। ਦੁਸ਼ਮਣਾਂ ਦੇ ਸਮੂਹ ਦਾ ਨਾਸ਼ ਕਰਕੇ ਇਹਨਾਂ ਨੂੰ ਦੰਡ ਦੇ ਕੇ ਮੈਂ ਫਿਰ ਜਾਵਾਂਗਾ। ਤੋ ਸਤਿਗੁਰਾਂ ਜੀ ਨੇ ਇਹ ਮਾਤਾ ਜੀ ਨੂੰ ਕਿਹਾ ਕਿ ਅਸੀਂ ਦੁਸ਼ਮਣ ਤੋਂ ਡਰਨ ਲੱਗੀ ਤਾਂ ਫਿਰ ਸਾਡਾ ਰਹਿਣਾ ਕਿੱਥੇ ਹੋਵੇਗਾ। ਮੈਂ ਇਸ ਸ਼ੁਭ ਕਰਮ ਨੂੰ ਨਹੀਂ ਛੱਡ ਸਕਦਾ। ਹੁਣ ਤੁਹਾਡਾ ਬਚਨ ਮੰਨ ਕੇ ਮੈਂ ਕੱਲ ਸਵੇਰੇ ਰਾਜੇ ਨਾਹਨ ਦੇ ਦੇਸ਼ ਵਿੱਚ ਚੱਲ ਪਵਾਂਗਾ। ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰਿਆਂ ਨੂੰ ਖੁਸ਼ੀਆਂ ਹੋ ਗਈਆਂ। ਉਪਰੰਤ ਗੁਰੂ ਜੀ ਨੇ ਦੀਵਾਨ ਨੰਦ ਚੰਦ ਨੂੰ ਹੁਕਮ ਦੇ ਦਿੱਤਾ ਕਿ ਸਮਾਨ ਤਿਆਰ ਕਰਨ ਵਾਸਤੇ ਸਾਰੇ ਸਿੰਘਾਂ ਨੂੰ ਖਬਰ ਦਿਓ, ਭਲਕੇ ਅੰਮ੍ਰਿਤ ਵੇਲੇ ਆਪਾਂ ਇੱਥੋਂ ਕੂਚ ਕਰਾਂਗੇ। ਸਤਿਗੁਰਾਂ ਦਾ ਨਾਹਨ ਦੇਸ਼ ਨੂੰ ਕੂਚ ਕਰਨਾ। ਵਿਸਾਖ ਦੇ ਮਹੀਨੇ ਸੰਮਤ 1741 ਨੂੰ ਦੂਸਰੇ ਦਿਨ ਸਵੇਰੇ ਹੀ ਤਿਆਰੀ ਦਾ ਬੜਾ ਭਾਰੀ ਤੋਸਾ ਵੱਜਿਆ।
सब सेना हाथी घोड़े माल तैयार पर तैयार हो गए। माता गुजरी जी, माता नानकी जी ते सतगुरु जी दे महल, माता जीतो जी ते सुंदरी जी, इन्हां वास्ते इन्हां दी सवारी वास्ते पालकियां तैयार हो गईयां। आप सतगुरु जी ने शस्त्र वस्त्र सजाए ते कमर कसा करके घोड़े उत्ते सवार हो गए। 500 उदासी साधु सिख सेना ਅਤੇ ਸੰਗਤ ਦਾ ਵਹੀਰ ਪੈਦਲ ਤੁਰ ਪਏ। ਆਨੰਦਪੁਰ ਦੀ ਸੰਭਾਲ ਵਾਸਤੇ ਕੁਝ ਪੈਦਲ ਸੈਨਾ ਪਿੱਛੇ ਰੱਖ ਕੇ ਉਹਨਾਂ ਦੇ ਪ੍ਰਬੰਧ ਵਾਸਤੇ ਬਾਬਾ ਸੂਰਜਮਲ ਜੀ ਤੇ ਉਹਨਾਂ ਦੇ 2 ਪੁੱਤਰਾਂ ਨੂੰ ਕੁਝ ਮਸੰਦਾਂ ਨੂੰ ਨਿਯਤ ਕਰ ਦਿੱਤਾ। ਕੀਰਤਪੁਰ ਪਹਿਲਾ ਪੜਾਅ ਕਰਕੇ ਸਤਿਗੁਰੂ ਜੀ ਨੇ ਪ੍ਰਸ਼ਾਦ ਦਾ ਬਹੁਤ ਵੱਡੀ ਦੇਗ ਕਰਾ ਕੇ श्री गुरु हरगोबिंद साहब जी के स्थान उत्ते अरदासा करके वरताई गई। एक रात इत्थे विश्राम करके दूसरे दिन अमृत वेले ही सतगुरु जी ने रणजीत नगारे में चोट ला के कूच कर दिता। रस्ते विच शिकार खेडते आसरस करते सतगुरु जी रोपड़ आ बराजे। दूसरे दिन सवेरे ही रोपड़ तो चल पे, दिन ढले तक अप चलते, फिर रात बतीत करने वास्ते किसी पिंड ठहर जाते सन। इस तरह पड़ा दर पड़ा कूच करते हुए आप जी नाहन राजे के राज विच जा पहुंचे। जद नाहन के राजे को आप जी के आउण की खबर हुई तो अपने मंत्रियों के सैना सहित बहुमूलियां सुंदर भेटां लैके सतगुरु जी अगे होके बड़े प्रेम ते श्रद्धा नाल सतगुरु जी नूं मिलिया ते सतगुरु जी नूं अपने बाग विच सुंदर स्थान ते डेरा करा दिता। दूसरे दिन राजा मेदिनी प्रकाश ने बेनती की कि सच्चे पातशाह अपने मन पाउंदा स्थान पसंद करके तुसी मेरे राज विच जिथे चाहो अपना किला बनवा लो। राजे की यह बेनती सुन के गुरु जी ने फरमाया, तू सानू उस स्थान दे नाल चल के विखा जिहड़ा तू अपने आप वेख के साडे लई पसंद कीता होया है। राजा मेदिनी प्रकाश ने कहा, मेरे धन भाग हन जो तुसा मैनू अपने नाल जान वास्ते आग्या की है। गुरु जी नूं उस थां ते राजा मेदिनी चंद लिजाण लई तैयार हो गया। सतगुरु जी लिखते हैं, देश चाल हम ते पुन भई शहर पावटा की शुद्ध लई कालिंदरी तट करे बिलासा अनेक भांत के पेक तमासा। दूसरे दिन सवेरे ही कूच करने वास्ते रणजीत नगारा बजाया गया। घोड़ियां उत्ते काठियां पा के पूरी तैयारी हो गई। नाहन का राजा भी घोड़े उत्ते सवार होके गुरु जी नाल जान वास्ते तैयार होके आ गया। सारा संग ते समान इकट्ठा होके जंगल विच शिकार करने वास्ते चले गए। जद रणजीत नगारा बजदा है तां गूंज पहाड़ां दीयां तूनां विच दूर दूर तक गरजदी सुनाई देंदी है। इधर उधर जंगल विच शिकार खेडते हुए सतगुरु जी जमुना के कंढे दे नाल कोई चंगा स्थान वेखण वास्ते काफी दूर तक तुर गए। एक थां जिथे पहाड़ां दा बहुत सुंदर दृश्य ते वृक्षां दी बड़ी सुंदर ते ठंडी छां सी तां सतगुरु जी ने पसंद करके मेदिनी प्रकाश नूं आख्या कि यह जगह सानूं पसंद है। इत्थे जल दे प्रवाह दा वेग भी बड़ा चंगा है ਅਤੇ ਹੋਰ ਵੀ ਆਰਾਮ ਵਾਲੇ ਸਾਰੇ ਸਾਧਨ ਮੌਜੂਦ ਹਨ। ਇਹ ਆਖ ਕੇ ਸਤਿਗੁਰੂ ਜੀ
ਘੋੜੇ ਤੋਂ ਉਤਰੇ ਤੇ ਫਰਸ਼ ਕਰਕੇ ਬੈਠ ਗਏ। ਮੇਦਨੀ ਪ੍ਰਕਾਸ਼ ਵੀ ਇਹ ਨਾਮ ਵੇਖ ਕੇ ਬੜਾ ਪ੍ਰਸੰਨ ਹੋਇਆ ਤੇ ਕਹਿਣ ਲੱਗਾ, ਗੁਰੂ ਜੀ ਤੁਸੀਂ ਬਹੁਤ ਸੁੰਦਰ ਜਗ੍ਹਾ ਪਸੰਦ ਕੀਤੀ ਹੈ। ਇੱਥੇ ਹੀ ਮੇਰੇ ਰਾਜ ਦੀ ਅਤੇ ਰਾਜਾ ਫਤਿਹ ਸ਼ਾਹ ਗੜ੍ਹਵਾਲੀਏ ਦੀ ਹੱਦ ਲੱਗਦੀ ਹੈ। ਫਤਿਹ ਸ਼ਾਹ ਦਾ ਰਾਜ ਮੇਰੇ ਰਾਜ ਨਾਲੋਂ ਵੱਡਾ ਹੈ ਅਤੇ ਉਹ ਕਈ ਵਾਰ ਮੈਨੂੰ ਅਕਰਨ ਵੀ ਤੰਗ ਕਰਦਾ ਰਹਿੰਦਾ ਹੈ। ਇਸ ਕਰਕੇ ਸਾਡਾ ਆਪਸ ਵਿੱਚ ਦੋਹਾਂ ਗਵਾਂਢੀ ਰਾਜਿਆਂ ਦਾ ਬਖੇੜਾ ਹੀ ਪਿਆ ਹੋਇਆ ਹੈ, ਜੋ ਕਦੀ ਸ਼ਾਂਤ ਨਹੀਂ ਹੋਇਆ। ਇਸੇ ਕਰਕੇ ਹੀ ਮੈਂ ਤੁਹਾਨੂੰ ਬੇਨਤੀ ਕਰਕੇ ਇੱਥੇ ਸੱਦਿਆ ਹੈ, ਜਿਸ ਨੂੰ ਤੁਸੀਂ ਕਿਰਪਾ ਕਰਕੇ ਪ੍ਰਵਾਨ ਕੀਤਾ ਹੈ। ਤੁਹਾਡੇ ਦੋਹਾਂ ਰਾਜਾਂ ਦੀ ਹੱਦ ਉੱਤੇ ਨਿਵਾਸ ਕਰਨ ਨਾਲ ਮੈਂ ਰਾਜਾ ਫਤਿਹ ਸ਼ਾਹ ਵੱਲੋਂ ਨਿਰਭੈ ਹੋ ਜਾਵਾਂਗਾ। ਰਾਜੇ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਫਰਮਾਇਆ, ਸਾਡੇ ਇੱਥੇ ਬੈਠਿਆਂ ਤੇਰੇ ਸਾਹਮਣੇ ਕੋਈ ਨਹੀਂ ਆਵੇਗਾ। ਹੁਣ ਤੂੰ ਨਿਸ਼ਚਿੰਤ ਹੋ ਕੇ ਰਹੋ, ਕਿਸੇ ਦਾ ਡਰ ਮਨ ਵਿੱਚ ਨਾ ਰੱਖੋ। ਇਸ ਤਰ੍ਹਾਂ ਸਤਿਗੁਰੂ ਜੀ ਨੇ ਰਾਜੇ ਨਾਲ ਗੱਲਾਂ ਕਰਦੇ ਰਹੇ ਤੇ ਪਿੱਛੋਂ ਦੂਸਰੇ ਸਾਥੀ ਵੀ ਪਹੁੰਚ ਗਏ। ਸਭ ਨੇ ਆਪੋ ਆਪਣੀ ਥਾਂ ਡੇਰਾ ਕਰ ਲਿਆ। ਇੱਕ ਪਾਸੇ ਘੋੜੇ ਕਤਾਰ ਵਿੱਚ ਬੰਨ ਦਿੱਤੇ, ਦੂਜੇ ਪਾਸੇ ਸੁੰਦਰ ਜਗ੍ਹਾ ਉੱਤੇ ਸੁੰਦਰ ਚਾਂਦਨੀ ਲੱਗ ਗਈ, ਕਨਾਤਾਂ ਤਣ ਗਈਆਂ ਤੇ ਹੇਠਾਂ ਫਰਸ਼ ਕਲੀਚੇ ਹੋ ਗਏ। ਇਹ ਸਭ ਕੁਝ ਵੇਖ ਕੇ ਰਾਜਾ ਮੇਦਨੀ ਪ੍ਰਕਾਸ਼ ਬੜਾ ਪ੍ਰਸੰਨ ਹੋਇਆ ਤੇ ਆਗਿਆ ਲੈ ਕੇ ਆਪਣੇ ਨਗਰ ਨਾਹਨ ਨੂੰ ਚਲਿਆ ਗਿਆ। ਦੂਸਰੇ ਦਿਨ ਜਦ ਫੇਰ ਮੇਦਨੀ ਪ੍ਰਕਾਸ਼ ਦਰਸ਼ਨ ਕਰਨ ਆਇਆ ਤਾਂ ਸਤਿਗੁਰੂ ਜੀ ਨੇ ਕਿਹਾ ਕਿ हे ਰਾਜਾ, ਯੋਧਿਆਂ ਦਾ ਬਸਣਾ ਸ਼ੇਰਾਂ ਵਾਂਗ ਹੁੰਦਾ ਹੈ। ਇਹਨਾਂ ਵਾਸਤੇ ਰੱਖਿਆ ਦੀ ਥਾਂ ਕੋਈ ਕਿਲਾ ਬਣਨਾ ਚਾਹੀਦਾ ਹੈ, ਜਿਸ ਨਾਲ ਬੈਰੀਆਂ ਨੂੰ ਡਰ ਹੋਵੇ ਤੇ ਯੋਧਿਆਂ ਨੂੰ ਜਿੱਤ ਦੀ ਆਸ ਹੋਵੇ। ਰਾਜਾ ਨਾਹਨ ਨੇ ਹੱਥ ਜੋੜ ਬੇਨਤੀ ਕੀਤੀ ਕਿ ਆਪ ਜੀ ਨੇ ਹੁਕਮ ਅਨੁਸਾਰ ਮੈਂ ਛੇਤੀ ਹੀ ਮਸਾਲਾ, ਮਜ਼ਦੂਰ, ਕਾਰੀਗਰ ਇਕੱਠੇ ਕਰਕੇ ਤੇ ਆਪਣੀ ਸਾਰੀ ਪ੍ਰਜਾ ਨੂੰ ਸੱਦ ਕੇ ਕਿਲੇ ਦੀ ਤਿਆਰੀ ਉੱਤੇ ਲਾ ਦਿੰਦਾ ਹਾਂ। ਸਤਿਗੁਰੂ ਜੀ ਨੇ ਕਿਹਾ, ਹਾਂ, ਤੂੰ ਵੀ ਆਪਣਾ ਸਾਰਾ ਸਮਾਨ ਇਕੱਠਾ ਕਰ ਅਤੇ ਅਸੀਂ ਵੀ ਆਪਣੀ ਸੈਨਾ ਤੇ ਯੋਧੇ ਉਹਨਾਂ ਦੇ ਨਾਲ ਲਾ ਦੇਵਾਂਗੇ। ਇਸ ਤਰ੍ਹਾਂ ਕਿਲਾ ਛੇਤੀ ਹੀ ਤਿਆਰ ਹੋ ਜਾਵੇਗਾ। ਫਿਰ ਕਿਸੇ ਦੁਸ਼ਮਣ ਦਾ ਡਰ ਨਹੀਂ ਰਹੇਗਾ, ਸਗੋਂ ਦੁਸ਼ਮਣ ਸਾਡੇ ਪਾਸੋਂ ਡਰਨ ਲੱਗਣਗੇ। ਇਸ ਤਰ੍ਹਾਂ ਪੂਰੀ ਸਲਾਹ ਕਰਕੇ ਬਹੁਤ ਕਾਰੀਗਰ, ਮਜ਼ਦੂਰ, ਪ੍ਰਜਾ ਦੇ ਲੋਕ ਅਤੇ ਸੈਨਿਕ ਇਕੱਠੇ ਹੋ ਕੇ ਕਿਲੇ ਦੀ ਤਿਆਰੀ ਕਰਨ ਲੱਗ ਪਏ। ਸਤਿਗੁਰੂ ਜੀ ਨੇ ਕਿਲੇ ਦੀ ਨੀਂਹ ਰੱਖਣ ਸਮੇਂ 1000 ਰੁਪਏ ਦਾ ਕੜਾ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕੀਤੀ ਤੇ ਆਖਿਆ, हे ਗੁਰੂ ਨਾਨਕ ਦੇਵ ਜੀ, ਦਾਸ ਜਮਨਾ ਦੇ ਕਿਨਾਰੇ ਕਿਲਾ ਬਣਵਾਉਣ ਲੱਗਾ ਹੈ। ਆਪ ਜੀ ਨੇ ਸਦਾ ਸਹਾਈ ਹੋਣਾ, ਵਿਘਨਾਂ ਨੂੰ ਨਾਸ਼ ਕਰਨਾ। ਉਪਰੰਤ ਕੜਾ ਪ੍ਰਸ਼ਾਦ ਵਰਤਾ ਕੇ ਗੁਰੂ ਜੀ ਨੇ ਆਪਣੇ ਹੱਥ ਨਾਲ ਨੀਂਹ ਰੱਖ ਕੇ ਕਾਰੀਗਰਾਂ ਨੂੰ ਉਸ ਦੀ ਸਾਰੀ ਵਿਉਂਤ ਸਮਝਾ ਦਿੱਤੀ ਕਿ ਏਡਾ ਲੰਮਾ ਚੌੜਾ ਤੇ ਇਸ ਤਰ੍ਹਾਂ ਮੋਰਚੇਦਾਰ ਕਿਲਾ ਬਣਾਉਣਾ ਹੈ। ਇਸ ਵਿਉਂਤ ਅਨੁਸਾਰ ਹੀ ਕਾਰੀਗਰਾਂ ਨੇ ਕੰਮ ਆਰੰਭ ਕਰ ਦਿੱਤਾ। ਹਜ਼ਾਰਾਂ ਮਰਦ ਇਸਤਰੀਆਂ ਇਸ ਕੰਮ ਵਿੱਚ ਹਿੱਸਾ ਲੈਣ ਵਾਸਤੇ ਦੂਰ ਦੂਰ ਤੋਂ ਆਉਣ ਲੱਗ ਪਏ। ਇਸ ਤਰ੍ਹਾਂ ਜੰਗਲ ਵਿੱਚ ਮੰਗਲ ਬਣਿਆ ਵੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੁੰਦੇ। ਕੋਈ ਪੱਥਰ ਪੁੱਟਦਾ, ਕੋਈ ਚੁੱਕ ਕੇ ਲਿਆਂਦਾ, ਕੋਈ ਗਾਰਾ ਕਰਦਾ, ਕੋਈ ਲਿਆਉਂਦਾ ਹੈ। ਕਾਰੀਗਰ ਉਸ ਨੂੰ ਥਾਂ ਪਰ ਥਾਂ ਲਾ ਕੇ ਕੋਟ ਉਸਾਰੀ ਜਾ ਰਹੇ ਸਨ। ਇਸ ਤਰ੍ਹਾਂ ਬਹੁਤ ਆਦਮੀਆਂ ਦੇ ਮਿਲ ਕੇ ਕੰਮ ਕਰਨ ਨਾਲ ਬਹੁਤ ਰੌਲਾ ਮਚ ਜਾਂਦਾ। ਜਿਵੇਂ ਕਿ ਰਾਮਚੰਦਰ ਜੀ ਨੇ ਪੱਥਰ ਰੱਖ ਕੇ ਪੁਲ ਬਣਾਉਣ ਸਮੇਂ ਕੰਮ ਕਰਨ ਵਾਲਿਆਂ ਦਾ ਰੌਲਾ ਪੈਂਦਾ ਸੀ। ਦੀਵਾਨ ਨੰਦ ਚੰਦ ਅਤੇ ਸਿੰਘੋ ਸ਼ਾਹ ਆਦ ਪੰਜੇ ਭਰਾਤਾ ਪਾਸ ਖੜੇ ਹੋ ਕੇ ਇਸ ਤਰ੍ਹਾਂ ਕਾਰ ਦੀ ਦੇਖਭਾਲ ਕਰਾਉਂਦੇ ਰਹਿੰਦੇ। ਸਤਿਗੁਰੂ ਜੀ ਸਵੇਰ ਸ਼ਾਮ ਕਾਰ ਹੋਈ ਨੂੰ ਵੇਖ ਕੇ ਪ੍ਰਸੰਨ ਹੋ ਕੇ ਸਭ ਨੂੰ ਪ੍ਰਸ਼ੰਸਾ ਦਿੰਦੇ। ਦਿਨ ਰਾਤ ਗੁਰੂ ਜੀ ਬਹੁਤ ਦੇਗ ਚੱਲਦੀ, ਜਿਸ ਨੂੰ
ਸਭ ਕੋਈ ਮਨ ਭਾਉਂਦਾ ਛਕ ਕੇ ਪ੍ਰਸੰਨ ਹੁੰਦਾ। ਇਸ ਤਰ੍ਹਾਂ ਜੁਟ ਕੇ ਕੰਮ ਕਰਨ ਨਾਲ 12 ਦਿਨ ਵਿੱਚ ਕਿਲਾ ਤਿਆਰ ਹੋ ਗਿਆ। ਸਤਿਗੁਰੂ ਜੀ ਨੇ ਰਾਜਾ ਮੇਦਨੀ ਪ੍ਰਕਾਸ਼ ਨੂੰ ਕਿਹਾ, ਹੁਣ ਤੈਨੂੰ ਤਦ ਤੱਕ ਕੋਈ ਡਰ ਨਹੀਂ ਹੈ ਜਦ ਤੱਕ ਅਸੀਂ ਇੱਥੇ ਬੈਠੇ ਹਾਂ। ਹੁਣ ਐਸਾ ਕੋਈ ਬਲੀ ਨਹੀਂ ਹੈ ਜਿਹੜਾ ਤੇਰੇ ਵੱਲ ਅੱਖ ਉੱਚੀ ਕਰਕੇ ਵੇਖ ਸਕੇ। ਜਿਹੜਾ ਵੀ ਚੜ ਕੇ ਆਵੇਗਾ ਉਹ ਆਪਣੀ ਮੌਤ ਨੂੰ ਨਾਲ ਲੈ ਕੇ ਜਾਵੇਗਾ। ਰਾਜੇ ਨੇ ਬੇਨਤੀ ਕੀਤੀ ਕਿ ਆਪ ਜੀ ਨੇ ਬੜੀ ਕਿਰਪਾ ਹੋਈ ਜੋ ਸਰਹੰਦ ਉੱਤੇ ਕਿਲਾ ਉਸਾਰ ਕੇ ਮੇਰੀ ਚਿੰਤਾ ਦੂਰ ਕਰ ਦਿੱਤੀ ਹੈ। ਉਪਰੰਤ ਕੁਝ ਦਿਨ ਰਾਜਾ ਗੁਰੂ ਜੀ ਨਾਲ ਜੰਗਲ ਵਿੱਚ ਸ਼ਿਕਾਰ ਖੇਡ ਕੇ ਉਹਨਾਂ ਦੀ ਪ੍ਰਸੰਨਤਾ ਲੈ ਕੇ ਵਾਪਸ ਆਪਣੇ ਨਗਰ ਨਾਹਨ ਨੂੰ ਵਾਪਸ ਚਲਿਆ ਗਿਆ। ਜਦ ਨੇੜੇ ਤੇੜੇ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਨੇ ਇੱਥੇ ਨਿਵਾਸ ਕਰ ਲਿਆ ਹੈ ਤਾਂ ਬਹੁਤ ਲੋਕ ਆਪ ਜੀ ਦੇ ਦਰਸ਼ਨਾਂ ਵਾਸਤੇ ਆਉਣ ਲੱਗ ਪਏ। ਉਹਨਾਂ ਵਿੱਚੋਂ ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਮੁਸਲਮਾਨ, ਜੋ ਵੀ ਸ਼ਸਤਰਧਾਰੀ ਆਪ ਜੀ ਦੀ ਸੈਨਾ ਵਿੱਚ ਭਰਤੀ ਹੋਣਾ ਚਾਹੇ ਉਸ ਨੂੰ ਹੀ ਆਪ ਰੱਖ ਲੈਂਦੇ ਸਨ। ਇਸ ਤਰ੍ਹਾਂ ਆਪ ਜੀ ਪਾਸ ਬਹੁਤ ਯੋਧਿਆਂ ਦੀ ਸੈਨਾ ਤਿਆਰ ਹੋ ਗਈ। ਇਨ੍ਹਾਂ ਯੋਧਿਆਂ ਨਾਲ ਗੁਰੂ ਜੀ ਰੋਜ਼ ਜੰਗਲ ਵਿੱਚ ਸ਼ਿਕਾਰ ਕਰਨ ਤੇ ਹੋਰ ਸੂਰਮਾ ਗਤੀ ਦੀਆਂ ਖੇਡਾਂ ਕਰਨ ਜਾਂਦੇ ਤੇ ਜੰਗ ਦਾ ਅਭਿਆਸ ਕਰਦੇ। ਕੋਈ ਚੰਗਾ ਜਵਾਨ, ਚੰਗਾ ਸ਼ਸਤਰ ਤੇ ਚੰਗਾ ਘੋੜਾ ਆਪ ਜੀ ਪਾਸ ਆਉਂਦਾ, ਉਸ ਨੂੰ ਗੁਰੂ ਜੀ ਧਨ ਦੇ ਕੇ ਆਪਣੇ ਪਾਸ ਰੱਖ ਲੈਂਦੇ। ਅਨੰਦਪੁਰ ਤੋਂ ਉੱਠ ਕੇ ਗੁਰੂ ਜੀ ਦਾ ਇੱਥੇ ਪੈਰ ਟਿਕਿਆ, ਜਿਸ ਕਰਕੇ ਇਸ ਸਥਾਨ ਦਾ ਨਾਮ ਪਾਉਂ ਟਿਕਾ ਤੋਂ ਪੌਂਟਾ ਰੱਖਿਆ ਗਿਆ, ਜੋ ਸਾਰੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਪ੍ਰਸਿੱਧ ਹੋਇਆ। ਗੁਰੂ ਜੀ ਆਪਣੀ ਜੀਵਨ ਕਥਾ ਦੇ ਵਿੱਚ ਲਿਖਦੇ ਹਨ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਬਾਗਟਾ ਕੀ ਸ਼ੁੱਧ ਲਈ, ਕਾਲਿੰਦਰੀ ਤਟ ਕਰੈ ਬਿਲਾਸਾ, ਅਨੇਕ ਭਾਂਤ ਕੇ ਪੇਕ ਤਮਾਸਾ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਰਾਜਾ ਮੇਦਨੀ ਪ੍ਰਕਾਸ਼ ਨੇ ਸਤਿਗੁਰੂ ਜੀ ਨੂੰ ਆਪਣੇ ਰਾਜ ਵਿੱਚ ਉਚੇਚਾ ਸਦਕੇ ਨਿਵਾਸ ਕਿਉਂ ਕਰਾਇਆ। ਸੋ ਗੱਲ ਇਸ ਤਰ੍ਹਾਂ ਸੀ ਕਿ ਰਾਜਾ ਮੇਦਨੀ ਪ੍ਰਕਾਸ਼ ਨਾਹਨਪਤੀ ਅਤੇ ਰਾਜਾ ਫਤਿਹ ਸ਼ਾਹ ਸ੍ਰੀ ਨਗਰਪਤੀ ਨੇ, ਇਹਨਾਂ ਦੋਨਾਂ ਰਾਜਾਂ ਦੀ ਹੱਦ ਸੀਗੀ ਜੋ ਇੱਥੇ ਮਿਲਦੀ ਸੀ, ਜਿਸ ਕਰਕੇ ਦੋਹਾਂ ਦਾ ਕੋਈ ਨਾ ਕੋਈ ਝਗੜਾ ਛਿੜਿਆ ਹੀ ਰਹਿੰਦਾ ਸੀ। ਇਸ ਝਗੜੇ ਦੇ ਕਾਰਨ ਰਾਜਾ ਨਾਹਨ ਦਾ ਸਦਾ ਫਤਿਹ ਸ਼ਾਹ ਦਾ ਦਵੇਲ ਹੀ ਰਹਿੰਦਾ ਸੀ, ਕਿਉਂਕਿ ਨਾਹਨ ਦਾ ਰਾਜ ਫਤਿਹ ਸ਼ਾਹ ਦਾ ਰਾਜ ਸੀਗਾ ਜੋ ਨਾਹਨ ਦੇ ਰਾਜ ਨਾਲੋਂ ਵੱਡਾ ਸੀ। ਉਸ ਪਾਸ ਸੈਨਾ ਵੀ ਬਹੁਤ ਸੀ। ਇਸ ਤੋਂ ਉਪਰੰਤ ਬਾਬਾ ਰਾਮ ਰਾਏ ਜੋ ਕਰਾਮਾਤ ਵਿੱਚ ਪ੍ਰਸਿੱਧ ਸਨ ਤੇ ਔਰੰਗਜ਼ੇਬ ਉਹਨਾਂ ਦੀ ਗੱਲ ਨੂੰ ਮੰਨਦਾ ਸੀ। ਉਸ ਦੇ ਰਾਜ ਵਿੱਚ ਦੇਹਰਾਦੂਨ ਦੇ ਵਿੱਚ ਰਹਿੰਦੇ ਸਨ। ਇਹਨਾਂ ਦੀ ਸਹਾਇਤਾ ਵੀ ਫਤਿਹ ਸ਼ਾਹ ਨੂੰ ਪ੍ਰਾਪਤ ਸੀ। ਇਸ ਕਰਕੇ ਜਦ ਰਾਜਾ ਨਾਹਨ ਨੇ ਕਰਾਮਾਤ ਤੇ ਸੂਰਮਤਾਈ ਵਿੱਚ ਸ੍ਰੀ ਗੁਰੂ ਗੋਬਿੰਦ ਰਾਏ ਜੀ ਉਹਨਾਂ ਦਾ ਪੂਰਨ ਜਸ ਸੁਣਿਆ ਤਾਂ ਉਸਨੇ ਆਪਣੀ ਰੱਖਿਆ ਵਾਸਤੇ ਸਤਿਗੁਰੂ ਜੀ ਨੂੰ ਉਚੇਚੇ ਤੌਰ ਤੇ ਬੇਨਤੀ ਪੱਤਰ ਭੇਜ ਕੇ ਸੱਦਿਆ ਤੇ ਕਿਲਾ ਆਦਿ ਬਣਵਾਉਣ ਲਈ ਹਰ ਪ੍ਰਕਾਰ ਸਤਿਗੁਰਾਂ ਦੀ ਸਹਾਇਤਾ ਭੇਜੀ। ਇਸ ਤਰ੍ਹਾਂ ਰਾਜਾ ਨਾਹਨ ਨੇ ਸਤਿਗੁਰਾਂ ਨੂੰ ਆਪਣੇ ਰਾਜ ਦੇ ਵਿੱਚ ਬੁਲਾਇਆ ਤੇ ਪੌਂਟਾ ਸਥਾਨ ਤੇ ਇੱਥੇ ਕਿਲਾ ਬਣਵਾ ਕਰਕੇ ਸਤਿਗੁਰਾਂ ਦੀ ਹਰ ਪ੍ਰਕਾਰ ਸਹਾਇਤਾ ਕੀਤੀ। ਆਓ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ, ਸਮਾਂ ਹੋ ਚੁੱਕਿਆ ਹੈ। ਆਪਾਂ ਰਹਿੰਦੀ ਲੜੀ ਕੱਲ ਨੂੰ ਜੋੜਨ ਦਾ ਯਤਨ ਕਰਾਂਗੇ। ਸੋ ਵਿਚਾਰ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਗਈਆਂ ਹੋਣਗੀਆਂ। ਗੁਰੂ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਆਓ ਹੁਣ ਆਪਾਂ ਰਸਨਾ ਨੂੰ ਪਵਿੱਤਰ ਕਰੀਏ, ਸਤਿਗੁਰਾਂ ਦੇ ਸਿਮਰਨ ਦੇ ਵਿੱਚ ਜੁੜਨਾ ਕਰੀਏ। ਸਾਰੀ ਸੰਗਤ ਪ੍ਰੇਮ ਸਤਿਕਾਰ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਰਸਨਾ ਨੂੰ ਪਵਿੱਤਰ ਕਰਨਾ।
ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀਓ ਨਾਮ ਕਲੀ ਮਹਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਅਲਾਗਨ ਤਨ ਪਰਵਾਰ ਪਰੀਆਂ ਸਬਦ ਗਾਵਣੀ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਲਾ ਸਵਰਤ ਸੁਆਮੀ ਸੋ ਕੋ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰਤੇ ਹੈ ਕਰਤਾ ਤੇਰਾ ਸਭ ਕਿਸ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਤੇ ਹੈ ਸੱਚਾ ਨਾਮ ਮੇਰਾ ਆਧਾਰੋ ਸਤਨਾਮ ਆਧਾਰ ਮੇਰਾ ਜਨ ਦੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੀਤੀਆਂ ਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਤਾਰੋ ਬਾਜੇ ਪੰਜ ਸ਼ਬਦ ਤਿਤ ਕਰ ਸੁਪਾਗੈ ਕਰ ਸਪਾਗੇ ਸ਼ਬਦ ਬਾਜੀ ਕਲਾ ਜਿਤ ਕਰਤਾਰਿਆ ਪੰਜ ਦੂਤ ਤੁਲ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਾਰਨ ਪਾਇਆ ਤੁਧ ਜਿਨ ਕੋ
ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਲੋਕ ਸੰਤਾ ਉਤਰੇ ਸੁਣੀ ਸੱਚੀ ਬਾਣੀ ਸਤ ਸਾਚਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਮੇਰਾ ਭਗਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਕਾਤੈ ਕਰਮ ਦੂਰ ਕਰਮੀ ਆਪੋ ਆਪਣੀ ਤੇਰੇ ਲੈ ਕੇ ਦੂਰ ਜਿਨੀ ਨਾਮ ਧਿਆਇਆ ਦੇਵ ਸਤਿ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਨਕ ਤੇ ਮੁਖ ਉਜਲੇ